ਇਸ ਵੇਲੇ ਹਾਲਾਤ ਇਹ ਆ ਕਿ ਆਪਣੇ ਇੰਡੀਆ ਤੋਂ ਕਾਲ ਆਈ ਹੈਗੀ। ਮੈਂ ਜਿਹੜਾ ਬੰਦੇ ਦੇ ਨਾਲ ਉਹਨੂੰ ਵੀ ਜਾਣਦਾ ਹੈਗਾ, ਜਿਹੜਾ ਇੰਡੀਆ ਦੇ ਵਿੱਚ ਹੈਗਾ। ਉਹ ਬੰਦਾ ਕਿਸੇ ਟਾਈਮ ਤੇ ਡਿਸਪੈਚ ਦਾ ਕੰਮ ਕਰਦਾ ਸੀ ਕਿਸੇ ਕੰਪਨੀ ਦੇ ਲਈ, ਠੀਕ ਹੈ। ਸੋ ਉਹ ਬੰਦੇ ਨੇ ਇੰਡੀਆ ਦੇ ਵਿੱਚ ਟਰੱਕਿੰਗ ਕੰਪਨੀ ਖੋਲ੍ਹੀ ਹੈ ਜਿਹੜੀ ਕਿ ਅਮਰੀਕਾ 'ਚ ਚੱਲ ਰਹੀ ਹੈ। ਉਹ ਬੰਦੇ ਨੇ ਡਿਸਪੈਚ ਆਪਣੀ ਬ੍ਰੋਕਰੇਜ ਖੋਲ੍ਹੀ ਹੈ ਜਿਹੜੀ ਕਿ ਇੰਡੀਆ ਦੇ ਵਿੱਚੋਂ ਚਲਾਉਣੀ ਹੈ। ਇੰਡੀਆ 'ਚ ਉਹ ਬੰਦਾ ਬੈਠਾ, ਇੱਥੇ ਅਮਰੀਕਾ 'ਚ ਕੰਪਨੀ ਜਿਹੜੀ ਖੋਲ੍ਹੀ ਬੈਠਾ ਹੈ। ਹਾਂਜੀ, ਤੇ ਉਹਨੂੰ ਕਾਲ ਮੈਨੂੰ ਪਿਛਲੇ ਹਫ਼ਤੇ ਆਈ ਉਹਦੀ, ਬਈ ਸਾਨੂੰ ਹੈਲਪ ਕਰੋ, ਸਾਨੂੰ ਬੌਂਡ ਨਹੀਂ ਮਿਲ ਰਿਹਾ ਹੈਗਾ। ਤੇ ਮੈਂ ਕਿਹਾ ਵੀ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਕੀਤਾ ਕਿੱਦਾਂ ਹੈ, ਮਤਲਬ ਕੀ ਚੀਜ਼ ਹੈ, ਕੀ ਚੱਕਰ ਆ। ਉਹ ਕਹਿੰਦੇ ਜੀ ਸਾਡਾ ਉੱਥੇ ਇੱਕ ਬੰਦਾ ਹੈਗਾ, ਉਹਨੇ ਸਾਨੂੰ ਖੋਲ ਕੇ ਦੇ ਦਿੱਤੀਆਂ ਉੱਥੇ। ਤੇ ਮੈਂ ਕਿਹਾ ਵੀ ਉਹ ਬੰਦੇ ਨੂੰ ਕਹੋ ਬੌਂਡ ਲੈ ਦੇਵੇ ਤੁਹਾਨੂੰ, ਹੁਣ ਜੇ ਉਹਨੇ ਖੋਲ ਹੀ ਦਿੱਤੀਆਂ। ਕਹਿੰਦੇ ਨਹੀਂ ਜੀ, ਉਹ ਵਰਕ ਪਰਮਿਟ ਤੇ ਆ, ਉਹਦਾ ਬੌਂਡ ਅਪਰੂਵ ਨਹੀਂ ਹੁੰਦਾ। ਅੱਛਾ, ਉਹਨੂੰ ਮਿਲ ਨਹੀਂ ਸਕਦਾ। ਹਾਂ, ਕਿਉਂਕਿ ਉਹ ਕ੍ਰੈਡਿਟ ਚਾਹੀਦਾ ਨਾ, ਬੌਂਡ ਅਪਰੂਵ 75,000 ਦਾ ਬੌਂਡ ਆ, ਉਹ ਕ੍ਰੈਡਿਟ ਚਾਹੀਦਾ ਬੌਂਡ ਲੈਣ ਵਾਸਤੇ। ਨਹੀਂ ਤੇ ਤੁਹਾਨੂੰ $75,000 ਕੈਸ਼ ਰੱਖਣਾ ਪੈਂਦਾ ਟੂ ਅਚੀਵ ਦਾ ਬੌਂਡ, ਹੈ ਨਾ। ਹੁਣ 75,000 ਕੈਸ਼ ਇੱਥੇ ਵਰਕ ਪਰਮਿਟ ਵਾਲੇ ਕੋਲ ਨਹੀਂ ਹੋਊਗਾ। ਸੋ ਉਹਨੇ ਮੈਂ ਉਹਨੂੰ ਸਾਫ਼ ਕਹਿ ਦਿੱਤਾ, ਮੈਂ ਕਿਹਾ ਵੀ ਦੇਖ ਮੇਰੀ ਗੱਲ ਸੁਣ, ਮੈਂ ਇਸ ਚੀਜ਼ ਦੇ ਖਿਲਾਫ ਆ, ਮੈਂ ਤੇਰੀ ਕੋਈ ਹੈਲਪ ਨਹੀਂ ਕਰ ਸਕਦਾ, ਜਾਂ ਮੈਂ ਤੈਨੂੰ ਕਿਸੇ ਕਿਸਮ ਦੀ ਇਹਦੇ ਵਿੱਚ ਨਾ ਗਾਈਡੈਂਸ ਦੇ ਸਕਦਾ, ਨਾ ਤੇਰੀ ਹੈਲਪ ਕਰ ਸਕਦਾ। ਬਸ਼ਰਤੇ ਮੈਂ ਤਾਂ ਹੁਣ ਇਸ ਚੀਜ਼ ਨੂੰ ਹੋਰ ਵੀ ਐਕਟੀਵੇਟ ਕਰੂੰਗਾ, ਪਬਲਿਕ ਸਾਹਮਣੇ ਲੈ ਕੇ ਆਊਂਗਾ ਕਿ ਇਹ ਪ੍ਰੋਬਲਮ ਜਿਹੜੀ ਆ। ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਇਸ ਵੇਲੇ ਵਰਕ ਪਰਮਿਟ ਤੇ ਆ, ਉਹ ਕੰਪਨੀ ਖੋਲ ਕੇ ਦੇ ਰਿਹਾ ਇੰਡੀਆ ਦੇ ਵਿੱਚ, ਬ੍ਰੋਕਰੇਜ ਖੋਲ ਕੇ ਦੇ ਰਿਹਾ ਇੰਡੀਆ ਦੇ ਵਿੱਚ ਕਿਸੇ ਨੂੰ। ਉਹ FMCSA ਨਾਲ ਕਿੱਡਾ ਵੱਡਾ ਫਰਾਡ ਜਿਹੜਾ ਹੋ ਰਿਹਾ। ਜਿਹੜੇ ਰਾਜਕਰਨ ਤੁਹਾਨੂੰ ਚੇਤੇ ਹੋਣਾ, ਨਿਊਯਾਰਕ ਦੀ ਖਬਰ ਸੀਗੀ, ਜਿਨ੍ਹਾਂ ਨੇ ਟੈਕਸਸ ਦੇ ਵਿੱਚ ਕੰਪਨੀ ਖੋਲ ਕੇ ਤੇ ਨਿਊਯਾਰਕ ਤੋਂ ਚਲਾਉਂਦੇ ਸੀਗੇ, ਕਿੰਨੇ ਸਾਲ ਦੀ ਕੈਦ ਹੋਈ ਸੀ ਉਹਨਾਂ ਨੂੰ। ਸੋ ਜੇ ਤੁਸੀਂ ਇਸ ਮਕਸਦ ਦੇ ਨਾਲ ਇੱਥੇ ਇਹੋ ਜਿਹੇ ਕੰਮ ਕਰ ਰਹੇ ਹੈਗੇ ਆ ਨਾ, ਇਹੋ ਜਿਹੀਆਂ ਚੀਜ਼ਾਂ ਕਰ ਰਹੇ ਹੈਗੇ ਆ, ਪਹਿਲੀ ਗੱਲ ਤਾਂ ਲਾਹਨਤ ਆ ਤੁਹਾਡੇ ਤੇ, ਕਿਉਂਕਿ ਇਹ ਇੰਡਸਟਰੀ ਦੇ ਵਿੱਚ, ਇਹ ਕੰਪਨੀ, ਇਹ ਕੰਟਰੀ ਦੇ ਵਿੱਚ ਰਹਿ ਕੇ ਤੁਸੀਂ ਇਹ ਕੰਮ ਕਰਦੇ ਆ। ਤੁਸੀਂ ਇਸ ਕੰਟਰੀ ਦਾ ਧੋਖਾ ਕਮਾ ਰਹੇ, ਇੱਥੋਂ ਦੀ ਪਬਲਿਕ ਨਾਲ, ਇੱਥੋਂ ਦੇ ਵਰਕਰ ਨਾਲ, ਜਿਹੜੇ ਮਿਹਨਤ ਕਰਕੇ ਖਾਣ ਵਾਲੇ ਆ, ਤੁਸੀਂ ਉਹਨਾਂ ਦਾ ਵੀ ਘਰ ਪੱਟ ਰਹੇ ਆ। ਤੇ ਆਪਣਾ ਤਾਂ ਤੁਹਾਡਾ ਪੱਟੇ ਜਾਣਾ, ਆਪਣਾ ਤਾਂ ਤੁਹਾਡਾ, ਤੁਸੀਂ ਲਿਖ ਲਿਆ ਆਪਣਾ ਜੋ ਤੁਸੀਂ ਕਰ ਰਹੇ ਆ, ਠੀਕ ਹੈ ਨਾ। ਸੋ ਮੇਰੀ ਇਹ ਗੁਜ਼ਾਰਿਸ਼ ਆ, ਜੇ ਤੁਸੀਂ ਇੱਥੇ ਤੁਹਾਡੇ ਵਰਕ ਪਰਮਿਟ ਤੇ ਆ, ਕਿਸੇ ਚੀਜ਼ ਤੇ ਆ, ਬਹੁਤ ਸਾਵਧਾਨੀ ਨਾਲ ਚੱਲੋ। ਤੁਸੀਂ ਇਹੋ ਜਿਹੇ ਕੰਮ ਨਾ ਕਰੋ ਜਿਹੜਾ ਕਿ ਤੁਹਾਡਾ ਆਉਣ ਵਾਲਾ ਸਮਾਂ ਤਾਂ ਬੇੜਾ ਗਰਕ ਹੋਣਾ ਹੀ ਆ। ਤੁਸੀਂ ਨਾਲ ਜਿਹੜੇ ਮਿਹਨਤੀ ਲੋਕ ਆ, ਤੁਸੀਂ ਉਹਨਾਂ ਦਾ ਵੀ ਬੇੜਾ ਗਰਕ ਕਰ ਰਹੇ ਆ। ਸੋ ਇਹ ਵੀ ਜਿਹੜਾ ਅੱਜ ਕੱਲ੍ਹ ਦੀ ਪ੍ਰਚਲਿਤ ਕਹਾਣੀ ਆ, ਬਹੁਤ ਕਾਲਸ ਆ ਰਹੀਆਂ ਜਿਹਦੇ ਵਿੱਚ ਬਹੁਤ ਲੋਕੀ ਕਹਿ ਰਹੇ ਆ ਕੰਪਨੀਆਂ ਬਾਏ ਕਰ, ਕੋਈ ਵੇਚ ਰਿਹਾ, ਕੋਈ ਬਾਏ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਔਰ ਇਹਦੇ ਵਿੱਚ ਮਲਟੀਪਲ ਜਿਹੜੇ ਲੋਕੀ ਹੈਗੇ ਆ, ਉਹ ਗਲਤ ਕੰਮ ਦੇ ਲਈ ਕੰਪਨੀਆਂ ਕਿਸੇ ਕੋਲੋਂ ਖਰੀਦਦੇ ਆ, ਕਿਉਂਕਿ ਉਹਨਾਂ ਨੇ ਕੋਈ ਨਾ ਕੋਈ ਗਲਤ ਕੰਮ ਅੱਗੇ ਕਰਨਾ ਹੁੰਦਾ। ਰਮਨ ਜੀ, ਹਰਜੋਤ ਜੀ, ਇਹਦੇ ਵਿੱਚ ਨਾ ਹੁਣ ਦੇਖੋ, ਦੋ ਤਿੰਨ ਚੀਜ਼ਾਂ ਜਿਹੜੀਆਂ ਆਪਾਂ ਇਸ ਟਾਈਮ ਜਿਹੜੀਆਂ ਡਿਸਕਸ ਜਿਹੜੀਆਂ ਕਰ ਰਹੇ ਆ, PPP ਦੇ ਲੋਨਸ ਦੇ ਵਿੱਚ ਧਾਂਦਲੀ, ਫਰਾਡ ਤਾਂ ਜਿਹੜੀ ਉਹ ਹੈਗੀ ਆ। ਇੱਥੇ ਉਹ ਵੀ ਲੋਕ ਸੀਗੇ ਜਿਨ੍ਹਾਂ ਨੇ ਧੱਕੇ ਦੇ ਨਾਲ ਘਰੇ ਬੈਠੇ ਬਜ਼ੁਰਗਾਂ ਦੀਆਂ ਵੀ ਕੰਪਨੀਆਂ ਖੋਲ ਕੇ ਉਹਨਾਂ ਨੂੰ ਵੀ ਪੈਸੇ ਦਵਾਏ ਸੀ। ਯਾਦ ਹੋਣਾ, ਸਾਰਿਆਂ ਨੂੰ ਯਾਦ ਹੋਣਾ, ਕੋਈ ਇੰਨੀ ਪੁਰਾਣੀ ਗੱਲ ਨਹੀਂ ਹੈਗੀ, ਕੁਝ ਸਾਲ ਪਹਿਲੋਂ ਦੀ ਹੋਈ ਗੱਲਾਂ ਆ। ਉਹ ਵੀ ਰਗੜ ਹੋਣਗੇ, ਹੋ ਸਕਦਾ ਜੇ ਇਨਵੈਸਟੀਗੇਸ਼ਨ ਹੋਣੀ, ਅਗਲਿਆਂ ਨੇ ਪੁੱਛਣਾ ਵੀ ਕਿੰਨੇ ਕਰਾਇਆ। ਮੈਨੂੰ ਤਾਂ ਉਹਨਾਂ ਨੇ ਸਿੱਧੇ, ਜਿਹੜਾ ਬੰਦਾ ਫਸਣ ਲੱਗਾ ਹੁੰਦਾ ਉਹਨੇ ਮੁੱਕਰਨਾ ਹੀ ਹੁੰਦਾ, ਉਹਨੇ ਮੁੱਕਰ ਕੇ ਦੂਜੇ ਦੇ ਉੱਤੇ ਭਾਰ ਪਾਉਣਾ ਹੁੰਦਾ ਵੀ ਹਾਂ ਭਾਈ ਮੈਨੂੰ ਤਾਂ ਉਹਨੇ ਦੱਸਿਆ ਸੀ, ਮੈਂ ਤਾਂ ਉਸ ਹਿਸਾਬ ਦੇ ਨਾਲ ਜਿਹੜਾ ਉਹ ਕੀਤਾ ਆ। ਸਹੀ ਢੰਗ ਦੇ ਨਾਲ ਨਹੀਂ ਕੀਤਾ, ਨੰਬਰਸ ਜਿਹੜੇ ਉਹ ਤੁਸੀਂ ਹੇਰ ਫੇਰ ਕੀਤੇ ਆ, ਤਾਂ ਇਹ ਜਿਹੜੀਆਂ ਕੁਝ ਨਿਊਜ਼ ਹੈ ਤੁਹਾਡੇ ਲਈ, ਇਹ ਤੁਹਾਡੇ ਲਈ ਰੈੱਡ ਅਲਰਟ ਆ, ਖਤਰੇ ਦਾ ਘੁੱਗੂ ਆ। ਇਹ ਨਹੀਂ ਪਤਾ ਵੀ ਸਾਰੇ ਜਾਣੇ ਫਸ ਸਕਦੇ ਆ, ਨਹੀਂ ਫਸ ਸਕਦੇ, ਪਰ ਇਹ ਆ ਵੀ ਵਾਰੀ ਜਿਹੜੀ ਉਹ ਆਈ ਜਾਂਦੀ ਆ। ਤੁਸੀਂ ਨਾ PPP ਫਰਾਡ ਗੂਗਲ ਸਰਚ ਤੇ ਪਾ ਕੇ ਦੇਖੋ, ਯੂ ਵਿਲ ਸੀ ਸੋ ਮੈਨੀ ਨਿਊਜ਼, ਇੰਨੀਆਂ ਕੁ ਜ਼ਿਆਦਾ ਜਿਹੜੀਆਂ ਉਹ ਖਬਰਾਂ ਆ, ਕੱਦ ਦਾ ਜਿਹੜਾ ਉਹ ਫੜ ਰਹੇ ਆ। FBI ਨੇ ਸਪੈਸ਼ਲ ਜਿਹੜੇ ਏਜੰਟਸ ਆ, ਉਹ COVID-19 ਰਿਲੇਟਡ ਫਰਾਡ ਦੇ ਲਈ ਜਿਹੜੀ ਉਹ ਲਾਏ ਆ, 2024 ਦੇ ਲਾਏ ਹੋਏ ਆ ਉਹਨਾਂ ਨੇ। ਸੋ ਇਹ ਸਾਰਾ ਕੁਝ ਜਿਹੜਾ ਉਹ ਲਗਾਤਾਰ ਕੰਮ ਜਿਹੜਾ ਉਹ ਚੱਲ ਰਿਹਾ। ਰਮਨ ਜੀ, ਹੁਣ ਉਸ ਟਾਈਮ ਦੇ ਉੱਤੇ ਬਹੁਤ ਦੌਰ ਚੱਲਿਆ ਸੀ, ਜਿਹੜੇ ਡਰਾਈਵਰ ਸੀਗੇ ਉਹਨਾਂ ਦੀਆਂ ਵੀ ਕੰਪਨੀਆਂ ਖੋਲੀਆਂ ਗਈਆਂ ਸੀ, ਉਹਨਾਂ ਦੇ ਵੀ ਜਿਹੜੇ ਇਦਾਂ ਦੇ ਲੋਨ ਜਿਹੜੇ ਉਹ ਕਰਾਏ ਗਏ ਸੀ ਜਾਂ ਲਏ ਗਏ ਸੀ, ਕੀਤੇ ਗਏ ਸੀ। ਸੋ ਉਹ ਵੀ ਕੜਿੱਕੀ ਜਿਹੜਾ ਮਤਲਬ ਫਸ ਸਕਦੇ ਆ। ਰਾਜਕਰਨ, ਜਿਹੜੀਆਂ ਕੰਪਨੀਜ਼ ਜਿੱਦਾਂ ਪਹਿਲਾਂ ਆਪਣਾ AB5 ਦਾ ਲਾਅ ਉਦੋਂ ਜਦੋਂ ਬਣਿਆ ਆ, ਕੋਵਿਡ ਤੋਂ ਪਹਿਲਾਂ, ਹੈ ਨਾ, ਉਦੋਂ ਲੋਕਾਂ ਨੇ ਕੀ ਕੀਤਾ ਸੀਗਾ ਕਿ ਡਰਾਈਵਰਾਂ ਦੀਆਂ ਕੰਪਨੀਆਂ ਖਿਲਾਤੀਆਂ ਸੀਗੀਆਂ ਉਹਨਾਂ ਨੂੰ ਚੈੱਕ ਦੇਣ ਦੇ ਮਾਰਿਆਂ ਨੇ, ਕਾਰਪੋਰੇਸ਼ਨ ਬਣਾ।
ਉਹ ਕਾਰਪੋਰੇਸ਼ਨ ਬਣਾਤੀ ਸੀ, ਉਹਦੀ LLC ਬਣਾਤੀ, ਕੁਛ ਬਣਾਤਾ ਵੀ ਤਾਂ ਕਿ ਕੰਪਨੀ ਟੂ ਕੰਪਨੀ ਪੇ ਕਰਦੇ, ਸਾਨੂੰ 1099 ਦੇਣ ਦੀ ਵੀ ਲੋੜ ਨਹੀਂ, ਉਹ ਤੁਹਾਨੂੰ ਕੁਛ ਨਹੀਂ ਕਰਨ ਦੀ ਲੋੜ ਜੀ, ਇਹ ਸਾਨੂੰ ਠੀਕ ਹੈ ਨਾ। ਐਨੀਵੇ ਉਹ ਜਿਹੜੀਆਂ ਕੰਪਨੀਆਂ ਡਰਾਈਵਰਸ ਦੀਆਂ ਬਣੀਆਂ ਸੀ, ਉਹਨਾਂ ਨੂੰ ਆਫਰ ਆਈਆਂ ਸੀਗੀਆਂ ਕਿ ਐਵਰੀ ਕੰਪਨੀ ਨੂੰ ਆਫਰ ਆਉਂਦੀ ਸੀ ਕਿ ਤੁਸੀਂ ਭਾਈ ਲੋਨ ਜੇ ਲੈਣਾ ਹੈ। ਉਹ PPP ਲੋਨ ਨਹੀਂ ਸੀਗਾ, ਉਹ ਡਿਜ਼ਾਸਟਰ ਲੋਨ ਸੀਗਾ, EIDL ਜਿਹੜਾ ਸੀਗਾ। ਹਾਂਜੀ, ਉਹ ਡਿਜ਼ਾਸਟਰ ਲੋਨ ਸੀਗਾ, ਉਹ ਪੇ ਬੈਕ ਕਰਨਾ ਆ। ਸੋ ਉਹ ਪੇ ਬੈਕ ਕਰਨਾ ਆ, ਇਸ ਕਰਕੇ ਜਿਹੜਾ ਉਹ ਲੋਨ ਆ ਉਹ ਪੇ ਬੈਕ ਦੇ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ। ਉਹਦੇ ਵਿੱਚ ਇਨਵੈਸਟੀਗੇਸ਼ਨ ਹੋ ਸਕਦੀ ਹੈ ਕਿ ਲੋਨ ਤੁਸੀਂ ਕਿੱਥੇ ਯੂਜ਼ ਕੀਤਾ, ਠੀਕ ਹੈ ਨਾ। ਪਰ ਜੇ ਉਹ ਲੋਨ ਤੁਸੀਂ ਪੇ ਬੈਕ ਕਰਦੇ ਹੈਗੇ ਆ, ਉਹ ਲੋਨ ਨੂੰ ਤੁਸੀਂ ਵਾਪਸ ਦੇ ਰਹੇ ਹੈਗੇ ਆ, ਵਾਪਸ ਉਹਦੀਆਂ ਪੇਮੈਂਟਾਂ ਦੇ ਰਹੇ ਆ ਜਾਂ ਉਹਨੂੰ ਫੁੱਲੀ ਉਹਨੂੰ ਵਾਪਸ ਕਰ ਰਹੇ ਆ, ਤੇ ਉਹਦੀ ਏਡੀ ਵੱਡੀ ਪ੍ਰੋਬਲਮ ਨਹੀਂ ਹੈਗੀ। ਪਰ ਤੁਹਾਨੂੰ ਉਹ ਲੋਨ ਜਿਹੜਾ ਉਹ 30 ਈਅਰ ਲੋਨ ਹੈਗਾ ਉਹ ਵਾਪਸ ਕਰਨਾ ਪੈਣਾ। ਉਹਦੇ ਵਿੱਚ ਵੀ ਜਿਹੜੀ ਪ੍ਰੋਬਲਮ ਇਹ ਹੈਗੀ ਆ ਕਿ ਉਹ ਲੋਨ SBA ਬੈਕਡ ਹੈਗਾ ਆ। ਸੋ SBA ਬੈਕਡ ਲੋਨ ਜਿਹੜਾ ਆ 25,000 ਤੋਂ ਜਦੋਂ ਉੱਤੇ ਹੋ ਜਾਂਦਾ ਆ, ਉਹ ਲੋਨ ਦੇ ਵਿੱਚ ਤੁਹਾਡੀਆਂ ਪਰਸਨਲ ਪ੍ਰਾਪਰਟੀਜ਼, ਹੋਰ ਕਈ ਕੁਝ ਜਿਹੜਾ ਚੀਜ਼ਾਂ ਹੈਗੀਆਂ ਉਹ ਇਨਵੋਲਵ ਹੋ ਜਾਂਦੀਆਂ ਆ। ਸੋ ਇਸ ਕਰਕੇ ਜਿਹੜੇ ਉਹ ਲੋਨਸ ਹੈਗੇ ਆ, ਉਹਨਾਂ ਨੂੰ ਇਹ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਇਹ ਨਹੀਂ ਹੈਗਾ ਕਿ ਉਹ ਲੋਨ ਖਤਮ ਹੋ ਗਏ, ਉਹ ਲੋਨ ਪੇ ਬੈਕ ਹੋਣੇ ਆ, 30 ਈਅਰ 'ਚ ਹੋਣੇ ਆ, ਲੇਕਿਨ ਉਹਨਾਂ ਦੇ ਨਾਲ ਨਾਲ ਤੁਹਾਡੀਆਂ ਜਿਹੜੀਆਂ ਪ੍ਰਾਪਰਟੀਜ਼ ਆ ਕਈਆਂ ਦੀਆਂ ਉਹ ਵੀ ਨਾਲ ਅਟੈਚ ਹੈਗੀਆਂ ਉਹਦੇ ਵਿੱਚ। ਠੀਕ ਹੈ ਜੀ, ਠੀਕ ਹੈ। ਬਿਲਕੁਲ, ਉਹ $1.2 ਟ੍ਰਿਲੀਅਨ ਦੇ PPP ਲੋਨ ਜੋ SBA ਨੇ ਦਿੱਤੇ ਸੀਗੇ, ਜਿਹਦੇ ਚੋਂ SBA ਆਫਿਸ ਹੁਣ ਉਹਨਾਂ ਦਾ ਜਿਹੜਾ ਇੰਸਪੈਕਟਰ ਜਨਰਲ ਆ ਉਹ ਐਸਟੀਮੇਟ ਕਰ ਰਿਹਾ ਵੀ $200 ਬਿਲੀਅਨ ਦੇ ਫਰੋਜੂਲੈਂਟ ਲੋਨ ਸੀਗੇ। ਸੋ ਬਹੁਤ ਵੱਡਾ ਨੰਬਰ ਆ। ਸੋ ਉਹ ਤਾਂ ਦੇਣੇ ਪੈਣੇ ਆ, ਜਿਹੜੇ ਪਹਿਲਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਈਆਂ ਨੇ ਪੇ ਚੈੱਕ ਪ੍ਰੋਟੈਕਸ਼ਨ ਜਾਂ ਹੋਰ ਗਲਤ ਇੰਪਲਾਈ ਸ਼ੋਅ ਕਰਕੇ, ਜ਼ਿਆਦਾ ਸ਼ੋਅ ਕਰਕੇ ਜਿਹੜੇ ਵਾਪਸ ਨਹੀਂ ਕਰਨੇ ਸੀ ਪੈਸੇ, ਉਹ ਜਿਹੜੇ ਮੈਨੂੰ ਲੱਗਦਾ ਉਹਨਾਂ ਨੂੰ ਜਿਹੜੀ ਪ੍ਰਾਇੋਰਟੀ ਦੇ ਰਹੇ। ਪਰ ਇੱਥੇ ਤਨਖਾਹਾਂ ਦਿਖਾਈਆਂ ਤੇ ਉਹ ਹੁਣ ਫਿਰ ਪੁਰਾਣਾ ਕੱਚਾ ਚਿੱਠਾ ਵੀ ਖੁੱਲੂਗਾ ਵੀ ਹੁਣ ਕਿੰਨੇ ਦਿੰਦੇ, ਕਿਉਂਕਿ ਜਦੋਂ ਟੈਕਸ ਭਰਨਾ ਵੀ ਤੁਹਾਨੂੰ ਪਤਾ ਹੀ ਲੱਗਣਾ ਨਾ ਵੀ ਤੁਸੀਂ ਉਸ ਸਾਲ ਇੰਨੇ ਸ਼ੋਅ ਕਰਤਾ, ਹੁਣ ਗਾਹਾਂ ਫੇਰ ਘਟ ਗਿਆ ਜਾਣਾ, ਠੀਕ ਹੈ ਕਿ ਨਹੀਂ। ਪੈਸੇ ਤਾਂ ਤੁਹਾਨੂੰ ਦਿੱਤੇ ਸੀ ਵੀ ਇੰਪਲਾਈ ਸੇਮ ਰੱਖਣੇ ਆ ਤੁਸੀਂ। ਦੇਖੋ ਜੀ, ਉਹ ਕੋਵਿਡ ਤੋਂ ਪਹਿਲਾਂ ਤੁਹਾਡੇ EMPLOYEE 4 ਸੀਗੇ, ਮੁੜ ਕੇ ਹੋ ਗਏ 20 ਤੇ ਫੇਰ ਚਲੇ ਗਏ 4। ਤੇ ਉਹ ਕਹਿੰਦੇ ਵੀ ਕੋਵਿਡ 'ਚ 20 ਕਿਉਂ ਰੱਖੇ ਸੀਗੇ, ਪਹਿਲਾਂ 4 ਦੇ ਬਾਅਦ 'ਚ 4 ਕਿੱਦਾਂ ਹੋ ਗਏ। ਸੋ ਇਹਦੇ 'ਚ ਨਾ ਰਮਨ ਜੀ ਮੈਨੂੰ ਲੱਗਦਾ ਵੀ ਥੋੜਾ ਗਵਰਨਮੈਂਟ ਦਾ ਵੀ ਕਸੂਰ ਹੈ, ਕਿਉਂਕਿ ਉਸ ਟਾਈਮ ਤੇ ਤਾਂ ਲੋਨ ਏਦਾਂ ਦਿੰਦੇ ਸੀ ਵੀ ਜਿੱਦਾਂ ਗੁਰੂ ਘਰ ਪ੍ਰਸ਼ਾਦ ਬੰਦਾ 2 ਵਾਰੀ ਲੈ ਲਓ, 3 ਵਾਰੀ ਲੈ ਲਓ, ਹਨਾ। ਵੀ ਤੁਹਾਨੂੰ ਵੀ ਪਤਾ ਹੀ ਨਹੀਂ ਵੀ ਇੱਕ ਟਰੱਕ ਵਾਲੇ ਦੀ ਗ੍ਰੋਸ ਦੇ 3 ਟਾਈਮਸ ਦੇਈ ਜਾਂਦੇ ਸੀ, ਹਨਾ। ਤੁਸੀਂ ਜਾਂ ਤਾਂ ਨੈਟ ਦੇਖੋ ਵੀ ਕਿੰਨਾ ਸ਼ੋਅ ਹੁੰਦਾ ਜਾਂ, ਹਨਾ। ਇਹ ਤਾਂ ਮੈਂ ਸੌਰੀ ਟਰੱਕਿੰਗ ਦੀ ਐਗਜ਼ਾਮਪਲ ਦਿੱਤੀ, ਬਾਕੀ ਬਿਜ਼ਨਸ 'ਚ ਵੀ ਇਦਾਂ ਹੀ ਆ, ਕੋਈ ਸਮਾਲ ਬਿਜ਼ਨਸ, ਕੋਈ ਸਟੋਰ। ਪ੍ਰੋਬਲਮ ਹਰਜੋਤ ਭਾਈ, ਪ੍ਰੋਬਲਮ ਇਹ ਸੀਗੀ ਕਿ ਇਹ ਜਿਹੜੀਆਂ ਸਹਾਇਤਾ ਸੀ ਨਾ, ਇਹ ਉਹਨਾਂ ਨੂੰ ਦਿੱਤੀ ਗਈ ਸੀ ਜਿਨ੍ਹਾਂ ਦੇ ਕੰਮ ਬੰਦ ਪਏ ਸੀਗੇ, ਜਿਨ੍ਹਾਂ ਦੇ ਕੰਮ ਚੱਲ ਨਹੀਂ ਸੀ ਰਹੇ, ਨਹੀਂ ਜਿੱਦਾਂ ਰੈਸਟੋਰੈਂਟ ਸੀਗੇ, ਹੋਰ ਕੰਮ ਸੀਗੇ, ਉਹ ਬੰਦ ਪਏ ਸੀਗੇ, ਉਹ ਚੱਲ ਨਹੀਂ ਸੀ ਰਹੇ। ਉਹਨਾਂ ਨੂੰ ਲੋਨ ਦਿੱਤੇ ਸੀਗੇ ਤਾਂ ਕਿ ਉਹ EMPLOYEE ਨੂੰ ਅਨਇੰਪਲੋਇਮੈਂਟ ਤੇ ਨਾ ਜਾਣ ਦੇਣ। ਪਰ ਟਰੱਕਿੰਗ ਦਾ ਕੰਮ ਤਾਂ ਕਦੀ ਬੰਦ ਹੀ ਨਹੀਂ ਹੋਇਆ ਜੀ। ਟਰੱਕਿੰਗ ਦਾ ਕੰਮ ਜੇ ਸੋਚਿਆ ਜਾਵੇ ਤੇ ਟਰੱਕਿੰਗ ਦੇ ਕੰਮ ਦੇ ਵਿੱਚ PPP ਦੀ ਲੋੜ ਨਹੀਂ ਸੀ। ਜਾਂ ਤੁਸੀਂ ਟਰੱਕਿੰਗ 'ਚ ਬਹੁਤ ਲੰਮੇ ਸਮੇਂ ਤੋਂ, ਮੈਨੂੰ ਲੱਗਦਾ ਵੀ ਜਿਹੜੇ ਟਰੱਕਰਸ ਨੇ ਕਰੋਨਾ ਦੇ ਦੌਰਾਨ ਪੈਸੇ ਬਣਾਏ ਆ, ਉਹਨਾਂ ਨੇ ਕਦੇ ਵੀ ਨਾ ਪਹਿਲਾਂ ਬਣਾਏ ਆ ਨਾ ਫਿਊਚਰ 'ਚ ਬਣਾ ਸਕੂਗੇ, ਜੋ ਉਦਾਂ ਦੇ ਉਦੋਂ ਹਾਲਾਤ ਉਸ ਟਾਈਮ ਤੇ ਜਿੰਨਾ ਬਿਜ਼ਨਸ ਟਰੱਕਿੰਗ ਦਾ ਬਿਜ਼ੀ ਸੀ। ਜੀ 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 ਜੀ, ਬਿਲਕੁਲ। ਸੋ ਸਰੋਤਿਓ, ਜੇ ਤੁਹਾਡਾ ਕੋਈ ਸਵਾਲ ਆ, ਕੋਈ ਵਿਚਾਰ ਆ, ਕੋਈ ਗੱਲ ਕਰਨੀ ਚਾਹੁੰਦੇ ਆ ਟਰੱਕਿੰਗ ਬਾਰੇ, ਕੋਈ ਟੈਕਨੀਕਲ ਕੁਐਸਚਨ ਆ, ਕੁਛ ਵੀ ਆ, ਤਾਂ ਕਾਲ ਕਰ ਸਕਦੇ ਹੋ। ਨੰਬਰ ਹੈ 408-272-5200, 4082725200, 408-272-5200 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਉਹ ਗੱਲਬਾਤ ਕਰ ਸਕਦੇ। ਰਮਨ ਜੀ, ਉਹ ਵੀ ਗੱਲ ਦੱਸਿਓ ਜਿਹੜੇ ਬਾਈ ਜੀ ਤੁਹਾਨੂੰ ਮਿਲੇ ਸੀਗੇ, ਕਹਿੰਦੇ ਵੀ ਇੱਕ ਬੰਦ ਕੰਪਨੀ ਤੇ ਵੀ ਲੈ ਲਿਆ ਸੀਗਾ ਤੇ ਫਿਰ ਉਹ ਹੁਣ ਨਿਆਣੇ ਛੋਟੇ ਆ, ਉਹ ਕਿੱਦਾਂ ਸੀਗੀ ਗੱਲ ਜੀ? ਉਹੋ ਹੀ ਗੱਲ ਹੈ ਵੀ ਕਹਿੰਦੇ ਵੀ ਇਸ ਤਰ੍ਹਾਂ ਲੋਨ 2 ਕੰਪਨੀਆਂ ਦੇ ਲੋਨ ਲਏ ਸੀਗੇ ਤੇ ਉਹ ਹੁਣ ਸਾਡੇ ਕੋਲੋਂ ਪੇਪਰ ਮੰਗਦੇ ਆ ਪੇਰੋਲ ਦੇ। ਤੇ ਮੈਂ ਕਿਹਾ ਵੀ ਤੁਸੀਂ ਪੇਪਰ ਦੇ ਦਿਓ, ਤੇ ਕਹਿੰਦੇ ਵੀ ਪੇਪਰ ਤਾਂ ਆਪਣੇ ਕੋਲ ਹੈ ਨਹੀਂ। ਮੈਂ ਕਿਉਂ? ਵੀ ਉਹ ਕਹਿੰਦੇ ਉਹ ਤਾਂ ਕੰਪਨੀ ਬੰਦ ਸੀਗੀ, ਜਿਹੜਾ ਇੱਕ ਕੰਪਨੀ ਦੇ ਨਾਂ ਤੇ ਲੋਨ ਲਿਆ ਉਹ ਤਾਂ ਕੰਪਨੀ ਹੈ ਹੀ ਨਹੀਂ ਸੀ, ਬੰਦ ਸੀ, 2019 ਦੀ ਬੰਦ ਸੀਗੀ। ਤੇ ਮੈਂ ਕਿਹਾ ਵੀ ਉਹਨੂੰ ਫਿਰ ਕੀ ਕਰਨਾ ਤੁਸੀਂ? ਕਹਿੰਦੇ ਵੀ ਦੂਜੀ ਕੰਪਨੀ ਦੇ ਹੈਗੇ ਆ। ਮੈਂ ਕਿਹਾ ਵੀ ਏਦਾਂ ਕਰੋ, ਦੂਜੀ ਕੰਪਨੀ ਦੇ ਦਿਓ। ਕਹਿੰਦੇ ਉਹਦੇ ਦਿੱਤੇ ਆ ਤੇ ਦੂਜੀ ਕੰਪਨੀ ਦਾ ਕਿੱਦਾਂ ਕਰੀਏ? ਮੈਂ ਕਿਹਾ ਵੀ ਜਿਹੜਾ ਪਹਿਲੀ ਕੰਪਨੀ ਦਾ ਲੋਨ ਜਿਹੜੀ ਬੰਦ ਪਈ ਸੀ, ਵੀ ਦੂਜੀ ਤੇ ਜਿਹੜਾ ਲਿਆ, ਵੀ ਜਿਹੜੇ ਪਹਿਲੀ ਦਾ ਲਿਆ ਮੋੜ ਦਿਓ ਵਾਪਸ। ਕਹਿੰਦੇ ਉਹ ਤਾਂ ਖਤਮ ਹੋ ਗਏ ਪੈਸੇ। ਤੇ ਮੈਂ ਕਿਹਾ ਵੀ ਫਿਰ ਦੂਜੀ ਤੇ ਜਿਹੜੇ ਲਏ ਸੀਗੇ 2 ਲੱਖ, ਉਹ ਪਹਿਲੀ ਤੇ ਮੋੜ ਦਿਓ। ਕਹਿੰਦੇ ਉਹ ਵੀ ਖਤਮ ਹੋ ਗਏ।
ਤੇ ਮੈਂ ਕਿਹਾ ਵੀ ਹੁਣ ਫਿਰ ਇਹਦਾ ਇਲਾਜ ਕੀ ਹੈ? ਵੀ ਕਹਿੰਦੇ ਵੀ ਹੁਣ ਦੇਖੋ ਕੁਛ ਇਲਾਜ ਇਹਦਾ ਹੋ ਸਕਦਾ, ਨਿਆਣੇ ਛੋਟੇ-ਛੋਟੇ। ਮੈਂ ਕਿਹਾ ਭਾਈ ਜਦੋਂ ਲੋਨ ਲਿਆ ਸੀ ਉਦੋਂ ਵੀ ਤਾਂ ਨਿਆਣੇ ਛੋਟੇ-ਛੋਟੇ ਸੀਗੇ, ਉਦੋਂ ਕਿਹੜਾ ਵੀ ਵੱਡੇ ਸੀਗੇ। ਸੋ ਇਹ ਆ ਵੀ ਬਹੁਤ ਜਾਣਿਆਂ ਨੇ ਬਹੁਤ ਪ੍ਰੋਬਲਮਸ ਜਿਹੜੀਆਂ ਆਪਣੇ ਆਪ ਲਈ ਕ੍ਰੀਏਟ ਕਰ ਲਈਆਂ। ਕਈ ਵਾਰੀ ਫ੍ਰੀ ਫੰਡ ਦੇ ਮਾਲ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਫ੍ਰੀ ਫੰਡ ਹੀ ਹੁੰਦਾ, ਉਹ ਕਿਸੇ ਨਾ ਕਿਸੇ ਹੈਲਪ ਲਈ, ਕਿਸੇ ਸਹਾਇਤਾ ਲਈ ਆਇਆ ਹੁੰਦਾ। ਕਿਸੇ ਦਾ ਹੱਕ, ਉਹ ਕੀ ਪਤਾ ਕਿਹਦਾ ਹੱਕ ਹੋਊਗਾ, ਜਿਹਨੂੰ ਮਿਲਣੇ ਹੋਣਗੇ ਜਦੋਂ ਪੈਸੇ ਮੁੱਕ ਗਏ, ਕਿਸੇ ਨੂੰ ਲੋੜ ਹੋਊਗੀ ਤੁਹਾਨੂੰ ਮਿਲੇ ਨਹੀਂਗੇ, ਠੀਕ ਹੈ ਨਾ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਹੀ ਜ਼ਰੂਰੀ ਹੈਗੀਆਂ।